किसान अकेडमी ਦੇ ਆਨਲਾਈਨ ਪਲੇਟਫਾਰਮ ਦੇ ਉੱਪਰ ਤੁਹਾਡਾ ਸਵਾਗਤ ਹੈ। ਅਸੀਂ ਯੂਨੀਅਨ ਗਵਰਨਮੈਂਟ ਕਰ ਰਹੇ ਹਾਂ। ਲਾਸਟ ਕਲਾਸ ਦੇ ਵਿੱਚ ਜੋ ਕਲਾਸਿਸ ਹੋਈਆਂ ਉਹਨਾਂ ਦੇ ਵਿੱਚ ਅਸੀਂ ਰਾਸ਼ਟਰਪਤੀ ਦੇ ਬਾਰੇ ਚ ਡਿਸਕਸ ਕੀਤਾ। ਅੱਜ ਅਸੀਂ ਉਪ ਰਾਸ਼ਟਰਪਤੀ ਯਾਨੀ ਕਿ ਵਾइस ਪ੍ਰੈਜ਼ੀਡੈਂਟ, ਉਪ ਰਾਸ਼ਟਰਪਤੀ, ਵਾइस ਪ੍ਰੈਜ਼ੀਡੈਂਟ, ठीक है, ਨਾਲ ਹੀ ਜਿਹੜਾ ਉਪ ਰਾਸ਼ਟਰਪਤੀ ਹੈ ਇਹਦੇ ਨਾਲ ਰਿਲੇਟਡ ਕੁਝ ਫੈਕਟਸ ਤੇ ਨਾਲ ਹੀ ਸਾਡੇ ਜਿਹੜੇ ਪ੍ਰੈਜ਼ੀਡੈਂਟ ਹੈ, ठीक है, प्रेजिडेंट आ नाल रिलेटेड जिहड़े इंपॉर्टेंट फैक्ट्स ने उन्हां दे बारे च अज दी क्लास दे विच डिस्कस करांगे। क्योंकि उप राष्ट्रपति छोटा जिहा टॉपिक है तो पहला मैं थोड़ा जिहा तुहानूं वाइस प्रेजिडेंट दे बारे च कराउणी है। बिल्कुल सेम आ जिवें राष्ट्रपति उस तरीके नाल ही आ, इहदा भी काफ़ी सिस्टम, ठीक है। तां देखो जिहड़ा मेन है साडे कोल जिहड़ा आर्टिकल 52 सी वो की आखदा सीगा राष्ट्रपति होगा, ठीक है। ਇਹਦੇ ਨਾਲ ਹੀ ਕੋਰਿਲੇਟ ਕਰਕੇ ਇੱਕ ਨੰਬਰ ਵਧਾ ਕੇ ਤੁਸੀਂ 63 ਆਰਟੀਕਲ ਤੇ ਆ ਜਾਓ। ਤਾਂ 63 ਆਰਟੀਕਲ ਕੀ ਆਖਦਾ ਕਿ ਭਾਰਤ ਦੇ ਵਿੱਚ ਇੱਕ ਵਾइस ਪ੍ਰੈਜ਼ੀਡੈਂਟ ਹੋਊਗਾ, ਠੀਕ ਹੈ। ਭਾਰਤ ਦਾ ਕੀ ਹੋਊਗਾ, ਇੱਕ ਵਾइस ਪ੍ਰੈਜ਼ੀਡੈਂਟ, ਯਾਨੀ ਕਿ ਭਾਰਤ ਦੇ ਵਿੱਚ ਇੱਕ ਕੀ ਹੋਊਗਾ, ਉਪ ਰਾਸ਼ਟਰਪਤੀ, ਠੀਕ ਹੈ। ਕਲੀਅਰ ਜੀ। ਮੈਂ ਦੋਨਾਂ ਦੇ ਵਿੱਚ ਥੋੜਾ ਜਿਹਾ ਡਿਫਰੈਂਸ ਇੱਥੇ ਦੱਸ ਦਿੰਦੀ। ਉਸ ਤੋਂ ਬਾਅਦ ਜਿਹੜਾ ਸਾਡਾ ਆਰਟੀਕਲ 53 ਸੀਗਾ ਉਹ ਰਾਸ਼ਟਰਪਤੀ ਦੇ ਨਾਲ ਰਿਲੇਟਡ ਕੀ ਦੱਸਦਾ ਸੀ, ਰਾਸ਼ਟਰਪਤੀ ਦੀਆਂ ਪਾਵਰਸ, ਠੀਕ ਹੈ। ਇੱਥੇ ਜਿਹੜਾ ਆਰਟੀਕਲ ਹੈਗਾ 64, ਜਿਹੜਾ ਆਰਟੀਕਲ 64 ਹੈਗਾ ਉਹ ਕੀ ਕਹਿੰਦਾ ਹੈਗਾ ਕਿ ਉਪ ਰਾਸ਼ਟਰਪਤੀ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਬੇਟਾ, ਕਿ ਉਪ ਰਾਸ਼ਟਰਪਤੀ ਆ ਜਿਹੜਾ ਐਕਸ ਆਫਿਸੋ ਚੇਅਰਮੈਨ ਹੋਊਗਾ, ਐਕਸ ਆਫਿਸੋ ਚੇਅਰਮੈਨ, ਐਕਸ ਆਫਿਸੋ ਚੇਅਰਮੈਨ ਹੋਊਗਾ ਕਾਹਦਾ, ਸਾਡੇ ਕੋਲ ਰਾਜ ਸਭਾ ਦਾ। ਇਹ ਸਭ ਤੋਂ ਵੱਡਾ ਇੰਪੋਰਟੈਂਟ ਪੁਆਇੰਟ ਹੈ ਇੱਥੇ, ਠੀਕ ਹੈ। ਸਭ ਤੋਂ ਵੱਡਾ ਪੁਆਇੰਟ ਹੈ ਐਕਸ ਆਫਿਸੋ। ਹੁਣ ਐਕਸ ਆਫਿਸੋ ਕੀ ਹੁੰਦਾ, ਐਕਸ ਆਫਿਸੋ ਦਾ ਮਤਲਬ ਹੁੰਦਾ ਪੰਜਾਬੀ ਦੇ ਵਿੱਚ ਪ੍ਰਧਾਨ ਸਭਾਪਤੀ। ਪ੍ਰਧਾਨ ਸਭਾਪਤੀ ਹੁੰਦਾ ਜਿਹੜਾ ਕਿਸੇ ਪਰਸਨ ਨੂੰ ਕਿਸੇ ਅਹੁਦੇ ਦੇ ਉੱਪਰ ਹੋਣ ਕਰਕੇ ਕੋਈ ਅਹੁਦਾ ਮਿਲੇ, ਠੀਕ ਹੈ। ਉਹ ਹੁੰਦਾ ਐਕਸ ਆਫਿਸੋ, ਯਾਨੀ ਐਕਸਟਰਾ ਆਫਿਸ, ਕਿਸੇ ਅਹੁਦੇ ਉੱਪਰ ਹੋਣ ਵਾਲੇ ਬੰਦੇ ਨੂੰ ਹੀ ਉਹ ਅਹੁਦਾ ਮਿਲਦਾ ਹੋਵੇ। ਤਾਂ ਹਮੇਸ਼ਾ ਹੀ ਜਿਹੜਾ ਵੀ ਭਾਰਤ ਦਾ ਰਾਸ਼ਟਰਪਤੀ ਹੋਊਗਾ, ਉਪ ਰਾਸ਼ਟਰਪਤੀ ਹੋਊਗਾ, ਉਹ ਰਾਜ ਸਭਾ ਦਾ ਚੇਅਰਮੈਨ ਵੀ ਹੋਊਗਾ, ਠੀਕ ਹੈ। ਰਾਜ ਸਭਾ ਦਾ ਚੇਅਰਮੈਨ ਵੀ ਹੋਊਗਾ। ਦੇਖੋ ਜਿਵੇਂ ਲੋਕ ਸਭਾ ਦਾ ਹੈਡ ਹੁੰਦਾ ਉਹ ਕੌਣ ਹੁੰਦਾ, ਸਪੀਕਰ। ਤਾਂ ਸੇਮ ਹੀ ਰਾਜ ਸਭਾ ਦਾ ਹੈਡ ਜਿਹੜਾ ਉਹ ਹੁੰਦਾ ਚੇਅਰਮੈਨ, ਸਭਾਪਤੀ, ਤੇ ਉਸ ਅਹੁਦੇ ਦੇ ਉੱਪਰ ਕੌਣ ਹੋਊਗਾ, ਸਾਡਾ ਰਾਸ਼ਟਰਪਤੀ, ਠੀਕ ਹੈ ਜੀ। सेम जे ਅਸੀਂ 54 आर्टिकल ਤੇ ਜਾਣੇ ਆ ਤੇ 55 ਤੇ ਜਾਣੇ ਆ ਤਾਂ ਇਹ ਜਿਹੜਾ ਹੈਗਾ ਇਲੈਕਸ਼ਨ ਦੇ ਬਾਰੇ ਚ ਦੱਸਦਾ ਹੈ ਨਾ। ਇਹ ਇਲੈਕਸ਼ਨ ਦੇ ਜਿਹੜੇ ਮੈਨਰਸ ਨੇ ਉਹਦੇ ਬਾਰੇ ਚ ਦੱਸਦਾ। ਤੇ ਜਿਹੜਾ ਸਾਡੇ ਕੋਲ ਇਧਰਲੇ ਪਾਸੇ ਜੇ ਅਸੀਂ ਕੋਰਿਲੇਟ ਕਰਦੇ ਹੈਗੇ, ਚਲੋ ਮੈਂ ਇੱਕ ਵਾਰ ਇਧਰਲੇ ਆਲਮੋਸਟ ਲਿਖ ਦਿੰਨੀ ਆ ਨਾ। ਜਿਹੜਾ ਸਾਡੇ ਕੋਲ 56 ਤੇ 7 ਆਰਟੀਕਲ ਹੈਗਾ ਇਹਦਾ, 56 ਐਂਡ 7 ਆਰਟੀਕਲ, ਇਹ ਕਾਰਜਕਾਲ ਦੱਸਦਾ ਹੈ ਨਾ। ਇਹ ਰਾਸ਼ਟਰਪਤੀ ਦੇ ਰੀ-ਇਲੈਕਸ਼ਨ ਦੱਸਦਾ। ਤੁਸੀਂ ਮੈਂ ਰਿਵੀਜ਼ਨ ਕਰਾ ਰਹੀ ਹਾਂ ਇੱਕ ਤਰੀਕੇ ਨਾਲ, ਠੀਕ ਹੈ। ਰੀ-ਇਲੈਕਸ਼ਨ ਦੱਸਦਾ ਕਿਵੇਂ ਰੀ-ਇਲੈਕਸ਼ਨ ਹੋ ਸਕਦੇ ਨੇ। 58 ਆ ਜਿਹੜਾ ਇੱਥੇ ਯੋਗਤਾ ਦੱਸਦਾ ਹੈ ਨਾ, ਰਾਸ਼ਟਰਪਤੀ ਦੀਆਂ ਯੋਗਤਾਵਾਂ ਕੀ ਹੋਣਗੀਆਂ। 59 ਆ ਜਿਹੜਾ ਕੰਡੀਸ਼ਨਸ ਦੱਸਦਾ। ਤੇ 60 ਜਿਹੜਾ ਹੈਗਾ 60 ਦੱਸਦਾ ਹੈਗਾ ਕਿ ਸਹੁੰ ਕਿਹਦੇ ਅੱਗੇ ਚੁੱਕਦਾ, ਓਥ ਹੈ ਨਾ, ਓਥ ਦੇ ਬਾਰੇ ਚ। 61 ਆਰਟੀਕਲ ਇਹਦੀ ਇੰਪੀਚਮੈਂਟ ਦੇ ਬਾਰੇ ਚ। ਰਾਸ਼ਟਰਪਤੀ ਦੇ ਆਰਟੀਕਲ ਇੰਪੋਰਟੈਂਟ ਨੇ, ਵਾइस ਪ੍ਰੈਜ਼ੀਡੈਂਟ ਦੇ ਸਾਰੇ ਆਰਟੀਕਲ ਇੰਪੋਰਟੈਂਟ ਨਹੀਂ ਹੈਗੇ। ਤੇ 62 ਦੱਸਦਾ ਹੈਗਾ ਕਿ ਕਦੋਂ ਇਹਦਾ ਆਫਿਸ ਵੈਕੈਂਟ ਹੋ ਜਾਊਗਾ, ਹਨਾ। ਤੇ ਇਸ ਤੋਂ ਬਿਨਾ ਆਰਟੀਕਲ ਜਿਹੜੇ ਹੈਗੇ ਨੇ 52 ਤੋਂ ਲੈ ਕੇ 360 ਤੱਕ ਇਹ ਰਾਸ਼ਟਰਪਤੀ ਦੇ ਸੰਕਟ ਕਾਲ ਦੇ ਬਾਰੇ ਚ ਦੱਸਦੇ ਆ, ਠੀਕ ਹੈ। ਆਰਟੀਕਲ 143 ਜਿਹੜਾ ਹੈਗਾ ਇਹ ਸਾਡੇ ਕੋਲ ਐਡਵਾਈਸ ਮਤਲਬ ਲੈ ਸਕਦਾ ਰਾਸ਼ਟਰਪਤੀ ਸੁਪਰੀਮ ਕੋਰਟ ਦੀ, ਉਹਦੇ ਬਾਰੇ ਚ ਦੱਸਦਾ। ਤੇ 123 ਜਿਹੜਾ ਆਰਟੀਕਲ ਹੈਗਾ ਉਹ ਕਿਹਦੇ ਨਾਲ ਕੋਰਿਲੇਟ ਕਰਦਾ ਹੈਗਾ ਕਿ ਆਰਡੀਨੈਂਸ ਜਾਰੀ ਜਿਹੜਾ ਹੈਗਾ ਰਾਸ਼ਟਰਪਤੀ ਕਰ ਸਕਦਾ, ਠੀਕ ਹੈ। ਇਹਨਾਂ ਦੇ ਨਾਲ ਮੈਂ ਕੋਰਿਲੇਟ ਕਰਕੇ ਹੀ ਤੁਹਾਨੂੰ ਕਰਵਾ ਰਹੀ ਹਾਂ। ਤਾਂ ਹੁਣ ਸਾਡੇ ਕੋਲ ਜੇ ਅਸੀਂ ਵਾइस ਪ੍ਰੈਜ਼ੀਡੈਂਟ ਦੇ ਬਾਰੇ ਚ ਦੇਖੀਏ ਹੈ ਨਾ, ਸਾਰੀਆਂ ਚੀਜ਼ਾਂ ਨੂੰ ਸੇਮ ਚੀਜ਼ਾਂ ਅਸੀਂ ਪ੍ਰੈਜ਼ੀਡੈਂਟ ਦੇ ਵਾइस ਪ੍ਰੈਜ਼ੀਡੈਂਟ ਦੇ ਵਿੱਚ ਦੇਖਣੀਆਂ, ਠੀਕ ਹੈ। ਤਾਂ ਦੇਖੋ 63 ਆਰਟੀਕਲ ਕੀ ਦੱਸਦਾ, ਉਪ ਰਾਸ਼ਟਰਪਤੀ ਹੋਊਗਾ। 64 ਆਰਟੀਕਲ ਦੱਸਦਾ ਕਿ ਉਹ ਐਕਸ ਆਫਿਸੋ ਹੋਊਗਾ, ਠੀਕ ਹੈ। ਤੇ 65 ਆਰਟੀਕਲ ਕੀ ਦੱਸਦਾ, 65 ਵੈਰੀ ਇੰਪੋਰਟੈਂਟ, ਐਕਟਿੰਗ ਪ੍ਰੈਜ਼ੀਡੈਂਟ, ਠੀਕ ਹੈ। ਐਕਟਿੰਗ ਪ੍ਰੈਜ਼ੀਡੈਂਟ ਇਹ ਵੀ ਬਹੁਤ ਇੰਪੋਰਟੈਂਟ ਹੈ। ਐਕਟਿੰਗ ਪ੍ਰੈਜ਼ੀਡੈਂਟ ਦਾ ਕੀ ਮਤਲਬ ਹੈ ਕਿ ਰਾਸ਼ਟਰਪਤੀ ਜਿਹੜਾ ਹੈਗਾ, ਉਪ ਰਾਸ਼ਟਰਪਤੀ ਜਿਹੜਾ ਹੈਗਾ, ਬਾਈ ਚਾਂਸ ਰਾਸ਼ਟਰਪਤੀ ਆਪਣੇ ਅਹੁਦੇ ਦੇ ਉੱਪਰ ਨਹੀਂ ਆ, ਠੀਕ ਹੈ, ਉਹਦੀ ਡੈਥ ਹੋ ਗਈ ਜਾਂ ਆਪਾਂ ਕਹਿ ਦਈਏ ਉਹਨੇ ਕੋਈ ਅਸਤੀਫਾ ਦੇਤਾ, ਹਨਾ,
ਅਸਤੀਫਾ ਦੇਤਾ, ਜਿਵੇਂ ਕਿ ਆਰਟੀਕਲ 62 ਦੇ ਵਿੱਚ ਦੱਸਿਆ ਗਿਆ ਸੀ ਕਿ ਕੋਈ ਉਹਨੇ ਅਸਤੀਫਾ ਦੇਤਾ, ਜਦ ਦੀ ਡੈਥ ਹੋ ਗਈ ਜਾਂ ਉਹਦੀ ਇੰਪੀਚਮੈਂਟ ਹੋ ਗਈ, ਤਾਂ ਉਸ ਕੇਸ ਦੇ ਵਿੱਚ ਇਹਦਾ ਆਫਿਸ ਖਾਲੀ ਹੋ ਜਾਂਦਾ। ਤਾਂ ਉਸ ਕੇਸ ਦੇ ਵਿੱਚ ਫਿਰ ਜਿਹੜਾ ਵੀ ਭਾਰਤ ਦਾ ਮੌਜੂਦਾ ਵਾਈਸ ਪ੍ਰੈਜ਼ੀਡੈਂਟ ਹੋਊਗਾ ਉਹ ਰਾਸ਼ਟਰਪਤੀ ਦੇ ਅਹੁਦੇ ਉੱਪਰ ਰਹੂਗਾ 6 ਮਹੀਨੇ ਦੇ ਲਈ। ਠੀਕ ਹੈ, ਕਿਉਂਕਿ 6 ਮਹੀਨੇ ਦੇ ਅੰਦਰ ਅੰਦਰ ਰਾਸ਼ਟਰਪਤੀ ਦੀਆਂ ਜਿਹੜੀਆਂ ਨਵੀਆਂ ਚੋਣਾਂ ਹੁੰਦੀਆਂ ਉਹ ਕਰਾ ਕੇ ਰਾਸ਼ਟਰਪਤੀ ਨਿਯੁਕਤ ਕਰਨਾ ਹੁੰਦਾ, ਰਾਸ਼ਟਰਪਤੀ ਜਿਹੜਾ ਹੈਗਾ ਉਹ ਹਨਾ ਬਣਾਉਣਾ ਹੁੰਦਾ। ਬਟ ਉਸ ਤੋਂ ਪਹਿਲਾਂ ਜਿਹੜਾ ਹੈਗਾ 6 ਮਹੀਨੇ ਤੱਕ ਜਿਹੜਾ ਐਕਟਿੰਗ ਪ੍ਰੈਜ਼ੀਡੈਂਟ ਹੋਊਗਾ ਵਾਈਸ ਪ੍ਰੈਜ਼ੀਡੈਂਟ। ਠੀਕ ਹੈ, ਭਾਰਤ ਦਾ ਵਾਈਸ ਪ੍ਰੈਜ਼ੀਡੈਂਟ ਐਕਟਿੰਗ ਪ੍ਰੈਜ਼ੀਡੈਂਟ ਹੋ ਸਕਦਾ। ਜੇ ਪੁੱਛਣ ਕਿ ਫਰਸਟ ਐਕਟਿੰਗ ਕੌਣ ਸੀ, ਫਰਸਟ ਐਕਟਿੰਗ ਪ੍ਰੈਜ਼ੀਡੈਂਟ, ਸਾਡੇ ਕੋਲ ਜਿਹੜਾ ਫਰਸਟ ਐਕਟਿੰਗ ਪ੍ਰੈਜ਼ੀਡੈਂਟ ਸੀਗਾ ਉਹ ਕੌਣ ਸੀਗਾ, ਸਾਡਾ ਜਿਹੜਾ ਉਸ ਟਾਈਮ ਦਾ ਉਪ ਰਾਸ਼ਟਰਪਤੀ ਸੀ ਉਹ ਸੀ ਵੀਵੀ ਗਿਰੀ। ਤਾਂ ਵੀਵੀ ਗਿਰੀ ਜਿਹੜੇ ਸੀਗੇ ਉਹ ਸਾਡੇ ਕੋਲ ਪਹਿਲੇ ਜਿਹੜੇ ਐਕਟਿੰਗ ਪ੍ਰੈਜ਼ੀਡੈਂਟ ਰਹੇ ਆ। ਜਦੋਂ ਜ਼ਾਕਿਰ ਹੁਸੈਨ ਰਾਸ਼ਟਰਪਤੀ ਸੀਗੇ ਉਸ ਟਾਈਮ ਤੇ, ਤਾਂ ਜ਼ਾਕਿਰ ਹੁਸੈਨ ਦੀ ਡੈਥ ਹੋ ਜਾਂਦੀ ਹੈ, ਤਾਂ ਉਦੋਂ ਵੀਵੀ ਗਿਰੀ ਮਤਲਬ ਸਾਡੇ ਕੋਲ ਐਕਟਿੰਗ ਬਣਦੇ ਆ। ਫਿਰ ਭਾਈ ਜਦੋਂ ਰਾਸ਼ਟਰਪਤੀ ਦਾ ਅਹੁਦਾ ਖਾਲੀ ਸੀ ਤਾਂ ਇਸ ਕਰਕੇ ਫਿਰ ਜਿਹੜਾ ਵੀਵੀ ਗਿਰੀ ਆ ਉਹ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ, ਠੀਕ ਹੈ, ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਤੇ ਰਾਸ਼ਟਰਪਤੀ ਦੀਆਂ ਚੋਣਾਂ ਲੜਦਾ। ਰਾਸ਼ਟਰਪਤੀ ਦੀਆਂ ਚੋਣਾਂ ਜਦੋਂ ਉਹ ਲੜਦਾ ਤਾਂ ਇਹਦਾ ਮਤਲਬ ਉਹਨੂੰ ਇਹ ਅਹੁਦਾ ਵੀ ਛੱਡਣਾ ਪਊਗਾ, ਤੇ ਇਸ ਕਰਕੇ ਵੀਵੀ ਗਿਰੀ ਵੀ ਆ ਫਿਰ ਅਸਤੀਫਾ ਦੇ ਦਿੰਦਾ। ਜਦੋਂ ਵੀਵੀ ਗਿਰੀ ਅਸਤੀਫਾ ਦਿੰਦਾ ਤਾਂ ਵੀਵੀ ਗਿਰੀ ਦੇ ਅਸਤੀਫਾ ਦੇਣ ਦੇ ਨਾਲ ਹੀ ਭਾਰਤ ਦਾ ਚੀਫ ਜਸਟਿਸ ਆਫ ਇੰਡੀਆ, ਠੀਕ ਹੈ, ਉਸ ਟਾਈਮ ਤੇ ਸੀਗਾ ਐਮ ਹਦਿਉਲਾ। ਐਮ ਹਦਿਉਲਾ ਇਹ ਜਿਹੜਾ ਹੈਗਾ ਐਕਟਿੰਗ ਪ੍ਰੈਜ਼ੀਡੈਂਟ ਬਣਦਾ, ਜਾਨੀ ਇਹਦੇ ਦੁਆਰਾ ਪ੍ਰੈਜ਼ੀਡੈਂਟ ਦਾ ਅਹੁਦਾ ਸੰਭਾਲਿਆ ਜਾਂਦਾ। ਹੁਣ ਇੱਥੇ ਇੱਕ ਪੁਆਇੰਟ ਮੇਨ ਧਿਆਨ ਦੇ ਵਿੱਚ ਰੱਖਿਓ ਬੇਟਾ, ਦੇਖੋ ਜੇ ਪ੍ਰੈਜ਼ੀਡੈਂਟ ਦੀ ਡੈਥ ਹੋ ਗਈ ਹੈ ਨਾ, ਮੰਨ ਲਓ ਪ੍ਰੈਜ਼ੀਡੈਂਟ ਦਾ ਅਹੁਦਾ ਡੈਥ ਨਹੀਂ ਕਿਸੇ ਵੀ ਕਾਰਨ ਕਰਕੇ ਪ੍ਰੈਜ਼ੀਡੈਂਟ ਦਾ ਅਹੁਦਾ ਖਾਲੀ ਹੋ ਗਿਆ, ਤਾਂ ਪ੍ਰੈਜ਼ੀਡੈਂਟ ਦਾ ਅਹੁਦਾ ਖਾਲੀ ਹੋਣ ਤੇ ਕੌਣ ਪ੍ਰੈਜ਼ੀਡੈਂਟ ਦਾ ਕਾਰਜ ਸੰਭਾਲਦਾ ਹੈਗਾ, ਵਾਈਸ ਪ੍ਰੈਜ਼ੀਡੈਂਟ। ਜੇ ਵਾਈਸ ਪ੍ਰੈਜ਼ੀਡੈਂਟ ਦਾ ਅਹੁਦਾ ਵੀ ਖਾਲੀ ਹੋ ਗਿਆ ਤਾਂ ਵਾਈਸ ਪ੍ਰੈਜ਼ੀਡੈਂਟ ਦੀ ਗੈਰ ਹਾਜ਼ਰੀ ਦੇ ਵਿੱਚ ਰਾਸ਼ਟਰਪਤੀ ਦੇ ਅਹੁਦੇ ਤੇ ਕੌਣ ਜਾਂਦਾ ਹੈਗਾ, ਚੀਫ ਜਸਟਿਸ ਆਫ ਇੰਡੀਆ, ਜਾਨੀ ਕਿ ਭਾਰਤ ਦਾ ਮੁੱਖ ਨਿਆਂਧੀਸ਼, ਸੁਪਰੀਮ ਕੋਰਟ ਦਾ ਜਿਹੜਾ ਮੁੱਖ ਨਿਆਂਧੀਸ਼ ਹੋਊਗਾ, ਭਾਰਤ ਦਾ ਜਿਹੜਾ ਮੁੱਖ ਨਿਆਂਧੀਸ਼ ਹੋਊਗਾ ਇਸ ਅਹੁਦੇ ਤੇ ਜਾਊਗਾ। ਸੇਮ ਇੱਥੇ ਹੋਇਆ ਸੀ ਕਿ 65 ਆਰਟੀਕਲ ਉਪ ਰਾਸ਼ਟਰਪਤੀ ਨੂੰ ਇਹ ਪ੍ਰੋਵੀਜ਼ਨ ਦਿੰਦਾ ਕਿ ਐਕਟਿੰਗ ਪੀਐਮ ਪ੍ਰੈਜ਼ੀਡੈਂਟ ਬਣ ਸਕਦਾ। ਤੇ ਪਹਿਲਾਂ ਸਾਡੇ ਕੋਲ ਐਕਟਿੰਗ ਪ੍ਰੈਜ਼ੀਡੈਂਟ ਬਣਿਆ ਸੀ ਜਦੋਂ ਜ਼ਾਕਿਰ ਹੁਸੈਨ ਦੀ ਡੈਥ ਹੋ ਗਈ ਸੀਗੀ। ਜ਼ਾਕਿਰ ਹੁਸੈਨ ਦੀ ਡੈਥ ਹੋਈ ਤਾਂ ਉਸ ਕੇਸ ਦੇ ਵਿੱਚ ਫਿਰ ਜਿਹੜੇ ਸਾਡੇ ਕੋਲ ਵੀਵੀ ਗਿਰੀ ਸੀਗੇ ਇਹ ਸਾਡੇ ਕੋਲ ਪਹਿਲੇ ਕੀ ਬਣੇ ਸੀਗੇ ਜੀ, ਵੀਵੀ ਗਿਰੀ ਸਾਡੇ ਕੋਲ ਪਹਿਲੇ ਐਕਟਿੰਗ ਪ੍ਰੈਜ਼ੀਡੈਂਟ ਬਣੇ ਸੀਗੇ। ਤੇ ਫਿਰ ਇਹ ਵੀ ਜਿਹੜਾ ਇਲੈਕਸ਼ਨ ਲੜਨ ਤੁਰ ਪਏ ਪ੍ਰੈਜ਼ੀਡੈਂਟ ਦੇ, ਤਾਂ ਉਸ ਕੇਸ ਦੇ ਵਿੱਚ ਫਿਰ ਜਿਹੜਾ ਪ੍ਰੈਜ਼ੀਡੈਂਟ ਦਾ ਅਹੁਦਾ ਖਾਲੀ ਹੋ ਗਿਆ ਤਾਂ ਫਿਰ ਇਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਉਸ ਟਾਈਮ ਦੇ ਜਿਹੜੇ ਚੀਫ ਜਸਟਿਸ ਆਫ ਇੰਡੀਆ ਸੀ ਐਮ ਹਦਿਉਲਾ, ਉਹਨਾਂ ਨੇ ਇਸ ਅਹੁਦੇ ਨੂੰ ਸੰਭਾਲਿਆ ਸੀ। ਠੀਕ ਹੈ, ਕਲੀਅਰ। ਉਸ ਤੋਂ ਬਾਅਦ ਮੈਂ ਜਿਹੜੀਆਂ ਐਕਸਟਰਾ ਚੀਜ਼ਾਂ ਤੁਹਾਨੂੰ ਇੱਥੇ ਹੋਰ ਦੱਸਣੀਆਂ ਨੇ ਹਨਾ, ਉਹ ਵੀ ਤੁਸੀਂ ਕਰ ਹੀ ਲਓ। ਚਲੋ ਵਾਈਸ ਪ੍ਰੈਜ਼ੀਡੈਂਟ ਦੇ ਨਾਲ ਰਿਲੇਟਡ, ਵਾਈਸ ਪ੍ਰੈਜ਼ੀਡੈਂਟ ਦੇ ਨਾਲ ਰਿਲੇਟਡ ਹੀ ਜਿਵੇਂ ਅਸੀਂ ਬੇਟਾ ਦੇਖੋ ਆਪਾਂ ਰਾਸ਼ਟਰਪਤੀ ਦੀਆਂ ਚੋਣਾਂ ਦੀ ਗੱਲ ਕੀਤੀ ਸੀ ਕਿਹੜੇ ਕਿਹੜੇ 54 ਤੇ 55 ਦੇ ਵਿੱਚ, ਠੀਕ ਹੈ। ਤਾਂ ਸੇਮ ਹੀ ਜਿਹੜਾ 66 ਆਰਟੀਕਲ ਆ, ਠੀਕ ਹੈ, 66 ਆਰਟੀਕਲ ਆ ਉਹ ਵਾਈਸ ਪ੍ਰੈਜ਼ੀਡੈਂਟ ਦੇ ਇਲੈਕਸ਼ਨਸ ਦੀ ਗੱਲ ਕਰਦਾ। ਸੇਮ ਪ੍ਰੋਸੈਸ ਆ, ਠੀਕ ਹੈ, ਵਾਈਸ ਪ੍ਰੈਜ਼ੀਡੈਂਟ ਦੇ ਇਲੈਕਸ਼ਨਾਂ ਦਾ ਵੀ ਸੇਮ ਪ੍ਰੋਸੈਸ ਆ, ਉਹੀ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਹੋਊਗੀ, ਤੁਹਾਨੂੰ ਯਾਦ ਹੋਣਾ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਹੋਊਗੀ, ਉਹੀ ਸਿੰਗਲ ਟ੍ਰਾਂਸਫਰੇਬਲ ਵੋਟ ਹੋਊਗੀ, ਠੀਕ ਹੈ, ਸਿੰਗਲ ਟ੍ਰਾਂਸਫਰੇਬਲ ਵੋਟ ਹੋਊਗੀ ਤੇ ਉਹੀ ਇਹਦੀ ਇਲੈਕਸ਼ਨਾਂ ਦੇ ਵਿੱਚ ਹੋਊਗਾ ਇਲੈਕਟੋਰਲ ਗਰੁੱਪ, ਇਲੈਕਟੋਰਲ ਗਰੁੱਪ। ਬਟ ਇਲੈਕਟੋਰਲ ਗਰੁੱਪ ਆ ਜਿਹੜਾ ਉਹਦੇ ਚ ਹੁਣ ਫਰਕ ਪੈ ਜਾਊਗਾ। ਜਿਵੇਂ ਰਾਸ਼ਟਰਪਤੀ ਦਾ ਜਿਹੜਾ ਇਲੈਕਟੋਰਲ ਗਰੁੱਪ ਸੀ ਹੈ ਨਾ, ਪ੍ਰੈਜ਼ੀਡੈਂਟ ਦਾ ਇਲੈਕਟੋਰਲ ਗਰੁੱਪ ਸੀ, ਉਹਦੇ ਚ ਕੌਣ ਕੌਣ ਸ਼ਾਮਲ ਸੀਗਾ, ਇਲੈਕਟਡ ਮੈਂਬਰ ਕਾਦੇ ਲੋਕ ਸਭਾ, ਰਾਜ ਸਭਾ ਹਨਾ, ਲੈਜਿਸਲੇਟਿਵ ਅਸੈਂਬਲੀ ਜਾਨੀ ਕਿ ਵਿਧਾਨ ਸਭਾ, ਤੇ 3 ਜਿਹੜੀਆਂ ਲੈਜਿਸਲੇਟਿਵ ਯੂਟੀ ਦੀਆਂ ਸੀਗੀਆਂ ਦਿੱਲੀ, ਪੌਂਡੇਚੇਰੀ ਤੇ ਜੰਮੂ ਕਸ਼ਮੀਰ ਹਨਾ, ਕਲੀਅਰ। ਇਹ ਇੱਥੇ ਜਿਹੜਾ ਹੈਗਾ ਇਲੈਕਟਡ ਨਹੀਂ, ਇਸ ਇਲੈਕਟ ਦੇ ਵਿੱਚ ਜਿਹੜਾ ਹੈਗਾ ਸਾਰੇ ਮੈਂਬਰ ਕਾਦੇ, ਲੋਕ ਸਭਾ ਤੇ ਰਾਜ ਸਭਾ ਦੇ, ਰਾਜ ਸਭਾ ਪਲੱਸ ਲੋਕ ਸਭਾ ਦੇ, ਠੀਕ ਹੈ, ਸਾਰੇ ਦੇ ਸਾਰੇ ਮੈਂਬਰ, ਜਾਂ ਆਪਾਂ ਸਿੰਪਲ ਕਹਿ ਦਈਏ ਇਹਦੇ ਵਿੱਚ ਸਾਰੇ ਮੈਂਬਰ ਆਫ ਪਾਰਲੀਮੈਂਟ ਸ਼ਾਮਲ ਆ, ਮੈਂਬਰ ਆਫ ਪਾਰਲੀਮੈਂਟ ਐਮਪੀ, ਸਾਰੇ ਐਮਪੀ ਸ਼ਾਮਲ ਆ, ਲੋਕ ਸਭਾ ਦੇ ਵੀ ਰਾਜ ਸਭਾ ਦੇ ਵੀ ਸਾਰੇ ਹੀ ਮੈਂਬਰ ਸ਼ਾਮਲ ਆ, ਉਹ ਚੁਣੇ ਹੋਏ ਵੀ ਤੇ ਪਲੱਸ ਨਾਮਜ਼ਦ ਕੀਤੇ ਵੀ,
ठीक है क्लीयर। ये सारे मैंबर ਇਹਦੇ ਇਲੈਕਸ਼ਨਾਂ ਦੇ ਵਿੱਚ ਹਿੱਸਾ ਲੈਂਦੇ ਆ। ਇਹਦੇ ਇਲੈਕਟੋਰਲ ਗਰੁੱਪ ਦੇ ਵਿੱਚ ਪੂਰੀ ਸੰਸਦ ਸ਼ਾਮਲ ਹੁੰਦੀ ਆ, ਮੈਂਬਰ ਆਫ ਪਾਰਲੀਮੈਂਟ ਸ਼ਾਮਲ ਹੁੰਦੇ ਆ। ਜਿਹੜਾ ਇਲੈਕਸ਼ਨ ਹੈਗੇ ਆ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਨੇ, ਉਹਨਾਂ ਦੇ ਵਿੱਚ ਕੋਈ ਵੀ ਐਮਐਲਏ ਸ਼ਾਮਲ ਨਹੀਂ ਹੁੰਦਾ, ਨਾ ਹੀ ਕਿਸੇ ਯੂਟੀ ਦਾ ਨਾ ਹੀ ਕਿਸੇ ਸਟੇਟ ਦਾ, ਕਿਸੇ ਦਾ ਵੀ ਸ਼ਾਮਲ ਨਹੀਂ ਹੁੰਦਾ। ਸਿਰਫ ਇਹਦੇ ਚ ਕੌਣ ਕੌਣ ਸ਼ਾਮਲ ਹੁੰਦੇ ਨੇ, ਇਹਦੇ ਚ ਸ਼ਾਮਲ ਹੁੰਦੇ ਨੇ ਸਾਡੇ ਕੋਲ ਐਮਪੀ, ਠੀਕ ਹੈ, ਦੋਨੋਂ ਐਮਪੀ ਲੋਕ ਸਭਾ ਦੇ ਵੀ ਰਾਜ ਸਭਾ ਦੇ ਵੀ, ਤੇ ਦੋनों तरह ਦੇ ਉਹ ਬੇਸ਼ੱਕ ਇਲੈਕਟਡ ਆ ਪਲੱਸ ਨੋਮੀਨੇਟ ਆ, ਠੀਕ ਹੈ। ਸਾਰੇ ਦੇ ਸਾਰੇ ਜਿੰਨੇ ਟੋਟਲ ਹੈਗੇ ਆ, ਤੇ ਆਪਾਂ ਕਹਿ ਦਈਏ 543 ਜਿਹੜੇ ਸਾਡੇ ਕੋਲ ਲੋਕ ਸਭਾ ਦੇ ਨੇ ਤੇ 245 ਜਿਹੜੇ ਸਾਡੇ ਕੋਲ ਰਾਜ ਸਭਾ ਦੇ ਨੇ, ਇਹ ਸਾਰੇ ਹੀ ਇਹਦੇ ਇਲੈਕਟੋਰਲ ਗਰੁੱਪ ਦੇ ਵਿੱਚ ਮੌਜੂਦਾ ਸ਼ਾਮਲ ਹੋਣਗੇ। ਕਲੀਅਰ ਬੇਟਾ। ਨੈਕਸਟ ਜਿਹੜਾ ਪੁਆਇੰਟ ਤੁਸੀਂ ਧਿਆਨ ਦੇ ਵਿੱਚ ਰੱਖਣਾ ਉਹ ਹੈਗਾ ਟਨਿਓਰ, ਕਾਰਜਕਾਲ। ਇੱਥੇ ਤੁਸੀਂ ਆਰਟੀਕਲ ਨਹੀਂ ਯਾਦ ਕਰਨਾ। ਟਨਿਓਰ ਕਿੰਨਾ ਹੈਗਾ, ਇਹਦਾ ਕਾਰਜਕਾਲ ਕਿੰਨਾ ਹੈ, ਸੇਮ ਜਿੰਨਾ ਰਾਸ਼ਟਰਪਤੀ ਦਾ ਸੀ। ਰਾਸ਼ਟਰਪਤੀ ਦਾ ਕਾਰਜਕਾਲ ਕਿੰਨਾ ਸੀ, 5 ਸਾਲ, ਇਹਦਾ ਵੀ ਸੇਮ ਆ 5 ਸਾਲ ਹੀ, ਠੀਕ ਹੈ। ਇਹ ਵੀ ਜਿਹੜਾ ਹੈਗਾ ਇਹਦੀ ਸੀਟ ਵੀ ਕਦੋਂ ਵੈਕੈਂਟ ਹੋ ਸਕਦੀ ਹੈ, ਸੇਮ ਪ੍ਰੋਸੈਸ ਨੇ ਸਾਰੇ, ਇਹਦੀ ਸੀਟ ਵੀ ਵੈਕੈਂਟ ਹੋ ਸਕਦੀ ਆ। ਕਿਹੜੇ ਕਿਹੜੇ ਕੇਸ ਦੇ ਵਿੱਚ, ਪਹਿਲਾਂ ਤਾਂ ਇਹਦਾ ਟਨਿਓਰ ਕੰਪਲੀਟ ਹੋ ਗਿਆ, ਯਾਨੀ ਕਿ ਪੂਰੇ 5 ਸਾਲ ਹੋ ਗਏ, ਤਾਂ ਉਸ ਕੇਸ ਦੇ ਵਿੱਚ ਇਹਦਾ ਅਹੁਦਾ ਖਾਲੀ ਹੋ ਜਾਊਗਾ, ਠੀਕ ਹੈ। ਦੂਜਾ ਇਹਨੇ ਅਸਤੀਫਾ ਦੇਤਾ, ਇਹਨੇ ਰਿਜ਼ਾਈਨ ਦੇਤਾ, ਤੇ ਅਸਤੀਫਾ ਕਿਹਨੂੰ ਦਊਗਾ, ਰਾਸ਼ਟਰਪਤੀ ਨੂੰ, ਠੀਕ ਹੈ। ਇਹ ਆਪਣਾ ਅਸਤੀਫਾ ਕਿਹਨੂੰ ਦਊਗਾ, ਰਾਸ਼ਟਰਪਤੀ ਨੂੰ। ਜਾਂ ਫਿਰ ਇਹਦੀ ਡੈਥ ਹੋ ਗਈ, ਠੀਕ ਹੈ, ਜਾਂ ਫਿਰ ਜਿਹੜਾ ਹੈਗਾ ਇਹਦੇ ਵਿਰੁੱਧ ਵੀ ਆਪਾਂ ਕਹੀਏ ਇਹਨੂੰ ਵੀ ਅਹੁਦੇ ਤੋਂ ਹਟਾਇਆ ਜਾ ਸਕਦਾ, ਰਿਮੂਵ ਕੀਤਾ ਜਾ ਸਕਦਾ। ਜਿਵੇਂ ਇੰਪੀਚਮੈਂਟ ਸੀ ਨਾ ਰਾਸ਼ਟਰਪਤੀ ਦੇ ਵਿਰੁੱਧ, ਇਹਦੇ ਵਿਰੁੱਧ ਵੀ ਇੱਕ ਤਰੀਕੇ ਨਾਲ ਇਹਨੂੰ ਜਿਹੜੀ ਸੰਸਦ ਹੈਗੀ ਆ ਉਹ ਹਟਾ ਸਕਦੀ ਆ। ਬਟ ਇੱਥੇ ਮੇਨ ਧਿਆਨ ਦੇ ਵਿੱਚ ਰੱਖਿਓ, ਜਿਹੜਾ ਰਾਸ਼ਟਰਪਤੀ ਸੀ ਹਨਾ, ਜਦੋਂ ਰਾਸ਼ਟਰਪਤੀ ਨੂੰ ਹਟਾਉਣਾ ਸੀ ਤਾਂ ਰਾਸ਼ਟਰਪਤੀ ਦੀ ਇੰਪੀਚਮੈਂਟ ਦੇ ਲਈ ਜਿਹੜਾ ਪ੍ਰਸਤਾਵ ਸੀਗਾ ਤੁਸੀਂ ਪੇਸ਼ ਕਰਦੇ ਸੀਗੇ, ਉਹ ਲੋਕ ਸਭਾ 'ਚ ਵੀ ਕਰ ਸਕਦੇ ਸੀ ਤੇ ਰਾਜ ਸਭਾ 'ਚ ਵੀ ਕਰ ਸਕਦੇ ਸੀ। ਲੋਕ ਤੇ ਰਾਜ ਸਭਾ ਯਾਨੀ ਕਿ ਈਦਰ ਹਾਊਸ, ਕਿਸੇ ਵੀ ਹਾਊਸ ਵਿੱਚ ਕੀਤਾ ਜਾ ਸਕਦਾ ਸੀ। ਬਟ ਕਿਉਂਕਿ ਅਸੀਂ ਆਰਟੀਕਲ 64 ਦੇ ਅਕੋਰਡਿੰਗ ਕੀ ਕੀਤਾ ਕਿ ਜਿਹੜਾ ਸਾਡੇ ਕੋਲ ਉਪ ਰਾਸ਼ਟਰਪਤੀ ਆ ਹਨਾ, ਅਸੀਂ ਕੀ ਕੀਤਾ ਕਿ ਜਿਹੜਾ ਸਾਡੇ ਕੋਲ ਉਪ ਰਾਸ਼ਟਰਪਤੀ ਆ ਉਹ ਕਿਹਦਾ ਐਕਸ ਆਫਿਸੋ ਆ, ਐਕਸ ਆਫਿਸੋ ਕਿਹਦਾ ਹੈਗਾ ਜੀ, ਉਹ ਰਾਜ ਸਭਾ ਦਾ। ਤਾਂ ਇਹਦਾ ਮਤਲਬ ਉਹ ਤਾਂ ਰਾਜ ਸਭਾ ਦਾ ਬੰਦਾ ਹੋ ਗਿਆ, ਤੇ ਜੇ ਉਹ ਰਾਜ ਸਭਾ ਦਾ ਬੰਦਾ ਹੋ ਗਿਆ ਤਾਂ ਫਿਰ ਉਸ ਕੇਸ ਦੇ ਵਿੱਚ ਜਿਹੜਾ ਇਹਨੂੰ ਹਟਾਉਣ ਦਾ ਜਿਹੜਾ ਤੁਸੀਂ ਪ੍ਰਸਤਾਵ ਪੇਸ਼ ਕਰੋਗੇ, ਉਹ ਕਿਹਦੇ ਚ ਪੇਸ਼ ਕਰੋਗੇ ਪ੍ਰਸਤਾਵ, ਸਿਰਫ ਰਾਜ ਸਭਾ ਚ। ਬਸ ਇੰਨਾ ਧਿਆਨ ਚ ਰੱਖਿਓ, ਇਹ ਮੇਨ ਫਰਕ ਆ ਜਿਹੜਾ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਚ ਆ। ਇਹਨੂੰ ਹਟਾਉਣ ਦਾ ਜਿਹੜਾ ਪ੍ਰਸਤਾਵ ਆ ਉਹ ਰਾਜ ਸਭਾ ਚ ਪੇਸ਼ ਕੀਤਾ ਜਾਊਗਾ, ਜਦੋਂ ਕਿ ਰਾਸ਼ਟਰਪਤੀ ਨੂੰ ਹਟਾਉਣ ਦਾ ਪ੍ਰਸਤਾਵ ਲੋਕ ਸਭਾ ਰਾਜ ਸਭਾ ਕਿਸੇ ਦੇ ਵਿੱਚ ਵੀ ਤੁਸੀਂ ਪੇਸ਼ ਕਰ ਸਕਦੇ ਹੋ, ਠੀਕ ਹੈ ਜੀ। ਉਸ ਤੋਂ ਬਾਅਦ ਬੇਟਾ ਜੋ ਪੁਆਇੰਟ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈਗਾ, ਇਹ ਤਾਂ ਸੀ ਆਪਣੇ ਕੋਲ ਟਨਿਓਰ ਜਾਂ ਵੈਕੈਂਟ ਕਿਵੇਂ ਸੀਟ ਹੋ ਸਕਦੀ ਆ। ਨੈਕਸਟ ਚੀਜ਼ ਜਿਹੜੀ ਸਾਡੇ ਕੋਲ ਹੈ ਐਲੀਜੀਬਿਲਟੀ। ਵੈਸੇ ਮੈਂ ਕਰਾ ਚੁੱਕੀ ਹਾਂ ਰਾਸ਼ਟਰਪਤੀ ਬਾਰੇ ਚ ਵੀ, ਐਲੀਜੀਬਿਲਟੀ ਕੀ ਹੈ, ਯੋਗਤਾ ਕੀ ਹੈ ਇਹਦੀ, ਤਾਂ ਸੇਮ, ਠੀਕ ਹੈ, ਸਿਟੀਜ਼ਨ ਹੋਵੇ ਭਾਰਤ ਦਾ, ਠੀਕ ਹੈ। ਦੂਜਾ ਕੋਈ ਵੀ ਆਫਿਸ ਆਫ ਪ੍ਰੋਫਿਟ, ਕੋਈ ਵੀ ਜਿਹੜਾ ਲਾਭਪਾਤਰੀ ਡਿਪਾਰਟਮੈਂਟ ਹੈਗਾ ਇਹਦੇ ਕੋਲ ਨਾ ਹੋਵੇ, ਤੇ ਤੀਜਾ ਉਮਰ ਕਿੰਨੀ ਹੋਵੇ, ਘੱਟੋ ਘੱਟ 35 ਸਾਲ, ਠੀਕ ਹੈ। ਇਹ ਜਿਹੜੀਆਂ ਰਾਸ਼ਟਰਪਤੀ ਦੇ ਲਈ ਵੀ ਸੇਮ ਸੀ। ਉਪ ਰਾਸ਼ਟਰਪਤੀ ਲਈ ਜਿਹੜੀ ਇੱਕ ਐਕਸਟਰਾ ਪਾਵਰ ਹੈਗੀ ਆ, ਜਾਂ ਆਪਾਂ ਕਹੀਏ ਜਿਹੜੀ ਉਸ ਤੋਂ ਅਲੱਗ ਆ ਰਾਸ਼ਟਰਪਤੀ ਤੋਂ, ਉਹ ਹੈਗੀ ਆ ਕਿ ਇਹ ਰਾਜ ਸਭਾ ਦਾ ਮੈਂਬਰ ਬਣਨ ਦੇ ਯੋਗ ਹੋਣਾ ਚਾਹੀਦਾ। ਬਸ ਇੱਥੇ ਉਪ ਰਾਸ਼ਟਰਪਤੀ ਦੇ ਨਾਲ ਤੁਸੀਂ ਇੱਕ ਸ਼ਬਦ ਯਾਦ ਰੱਖਣਾ ਹੈਗਾ, ਰਾਜ ਸਭਾ, ਤਾਂ ਇਹ ਰਾਜ ਸਭਾ ਦਾ ਮੈਂਬਰ ਬਣਨ ਦੇ ਯੋਗ ਹੋਵੇ, ਠੀਕ ਹੈ। ਮੈਂਬਰ ਹੋਣਾ ਨਹੀਂ ਚਾਹੀਦਾ, ਬਸ ਯੋਗ ਹੋਣਾ ਚਾਹੀਦਾ, ਉਹਦਾ ਮੈਂਬਰ ਬਣਨ ਦੀ ਉਹਦੀ ਯੋਗਤਾ ਰਾਜ ਸਭਾ ਦੇ ਮੈਂਬਰ ਵਾਲੀ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਕਲੀਅਰ। ਇਹ ਮੇਨ ਪੁਆਇੰਟ ਜੋ ਤੁਸੀਂ ਧਿਆਨ ਚ ਰੱਖਣੇ ਨੇ, ਠੀਕ ਹੈ। ਇੱਥੇ ਇੱਕ ਆਰਟੀਕਲ ਹੋਰ 69 ਆਰਟੀਕਲ ਹੈਗਾ ਓਥ। ਸਹੁੰ ਕਿਹਦੇ ਅੱਗੇ ਚੁੱਕਦਾ, ਤਾਂ ਸਹੁੰ ਇਹ ਕਿਹਦੇ ਅੱਗੇ ਚੁੱਕੂਗਾ, ਉਪ ਰਾਸ਼ਟਰਪਤੀ ਹੈ, ਤਾਂ ਸਹੁੰ ਕਿਹਦੇ ਅੱਗੇ ਚੁੱਕੂਗਾ ਜੀ, ਇਹ ਰਾਸ਼ਟਰਪਤੀ ਦੇ ਅੱਗੇ। ਉਪ ਰਾਸ਼ਟਰਪਤੀ ਦੀ ਸਹੁੰ ਚੁੱਕੀ ਜਾਂਦੀ ਆ ਉਪ ਰਾਸ਼ਟਰਪਤੀ ਦੇ ਅੱਗੇ, ਤੇ ਅਸਤੀਫਾ ਮੈਂ ਆਲਰੇਡੀ ਦੱਸ ਚੁੱਕੀ ਹਾਂ, ਅਸਤੀਫਾ ਵੀ ਇਹ ਕਿਹਨੂੰ ਦਿੰਦਾ ਹੈਗਾ, ਰਾਸ਼ਟਰਪਤੀ ਨੂੰ। ਤਾਂ ਉਪ ਰਾਸ਼ਟਰਪਤੀ ਅਸਤੀਫਾ ਤੇ ਦੋਨੋਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਇਹਦੇ ਨਾਲ ਹੀ ਦਊਗਾ, ਠੀਕ ਹੈ। ਤੇ ਇੱਥੇ ਜੇ ਪੁੱਛ ਲੈਣ ਕਿ ਇਹਦੀ ਜਿਹੜੀ ਤਨਖਾਹ ਹੈਗੀ ਆ, ਆਪਾਂ ਕਹਿ ਦਈਏ ਸੈਲਰੀ ਆ ਜਾਂ ਜਿਹੜੇ ਅਲਾਉਂਸਸ ਆ, ਉਹ ਕੌਣ ਦਿੰਦਾ ਹੈਗਾ, ਮਤਲਬ ਕੌਣ ਨਿਸ਼ਚਿਤ ਕਰਦਾ, ਤੇ ਇਹਦੀ ਸੈਲਰੀ ਤੇ ਅਲਾਉਂਸਸ ਨੇ ਜਿਹੜੇ ਉਹ ਸੰਸਦ ਦੇ ਦੁਆਰਾ ਹੀ ਨਿਸ਼ਚਿਤ ਕੀਤੇ ਜਾਂਦੇ ਆ। ਕਲੀਅਰ, ਠੀਕ ਹੈ ਜੀ। ਇਹ ਸੀਗਾ ਮੇਨ ਰਾਸ਼ਟਰਪਤੀ ਦੇ ਬਾਰੇ ਚ ਤੇ ਉਪ ਰਾਸ਼ਟਰਪਤੀ ਦੇ ਬਾਰੇ ਚ, ਤੇ ਲਾਸਟ ਕਲਾਸ ਦੇ ਵਿੱਚ ਆਪਾਂ
ਰਾਸ਼ਟਰਪਤੀ ਦੇ ਬਾਰੇ ਚ ਵੀ ਪੜਿਆ ਸੀਗਾ। ਹੁਣ ਜਿਹੜੇ ਹੈਗੇ ਨੇ ਆਪਾਂ ਮੇਨ ਫੈਕਟਸ, ਕੁਝ ਮੇਨ ਫੈਕਟਸ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੇ ਬਾਰੇ ਚ ਪੜਾਂਗੇ। मैं लिख दिनी है, ठीक है, राष्ट्रपति के बारे ते उप राष्ट्रपति के बारे ज्यादा तो बेटा राष्ट्रपति के बारे च ही ने, उप राष्ट्रपति के बारे च बहुते फैक्ट तुहानू इंपॉर्टेंट नहीं है है ना ज्यादा। जे मैं राष्ट्रपति की गल करा, पहला फैक्ट अपने को आ जाता है फर्स्ट प्रेजिडेंट कौन सीगा ते करंट कौन, मौजूदा कौन। तो फर्स्ट प्रेजिडेंट तुहानू सबनू क्लीयर होएगा ना, फर्स्ट प्रेजिडेंट साडे कोल कौन सीगा, डॉक्टर राजेंद्र प्रसाद। डॉक्टर राजेंद्र प्रसाद 12 साल ये राष्ट्रपति के ओहदे उपर रहे ने, 1950 तो लैके 1962 ईस्वी तक। ते मौजूदा साडे कोल राष्ट्रपति कौन ने, 14वें राष्ट्रपति ने रामनाथ कोविंद। रामनाथ कोविंद, ठीक है। इस तो बिना एक पॉइंट पूछ लिया जाता है कि राष्ट्रपति दे विच लॉन्गेस्ट टन्योर, राष्ट्रपति जी का सब तो छोटा कार्यकाल सी ते एक पूछ लेंदे हुंदे आ शॉर्टेस्ट टन्योर, सब तो छोटा समा जिहड़ा रहा राष्ट्रपति वो कौन सी। तो लॉन्गेस्ट मैं ऑलरेडी दस चुकी हूं, लॉन्गेस्ट भी डॉक्टर राजेंद्र प्रसाद आ, 12 साल वो इस ओहदे दे उपर रहे ने, पहले भी ने, ठीक है। ते शॉर्टेस्ट टन्योर पूछ लैन के सब तो घट टाइम ते जिहड़ा साडे कोल रहा है ना, जिहड़ा बहुत थोड़े टाइम दे लई रहा, वो सीगा साडा जाकिर हुसैन। जाकिर हुसैन, जाकिर हुसैन दे नाल रिलेट ही करदा तुसीं एक पॉइंट होर भी मेन ध्यान दे विच रखना। पहला तो जाकिर हुसैन फर्स्ट प्रेजिडेंट सी जिहड़ा डाई कीता इन ऑफिस, मतलब कि ਉਹਦੀ डेथ हो गई सी है ना जो वो राष्ट्रपति से, इसे करके उप राष्ट्रपति के ओहदे दे उपर बीबी गिरी पहले एक्टिंग प्रेजिडेंट बने सी। ते दूजा फर्स्ट जिहड़े साडे कोल मुस्लिम प्रेजिडेंट सी वो भी कौन सीगे साडे, जाकिर हुसैन, ठीक है। इस तो बिना एक फैक्ट पूछ लिया जाता हुंदा कि किहड़े ओल्डेस्ट आ प्रेजिडेंट किहड़े सी ते यंगेस्ट प्रेजिडेंट किहड़े सी। तां जिहड़े सब तो वड्डी उम्र दे प्रेजिडेंट सी, जिहड़े सब तो ओल्डेस्ट प्रेजिडेंट सीगे वो सीगे साडे कोल वेंकट रमन, वेंकट रमन, आर वेंकट रमन, ठीक है। ते जिहड़े सब तो छोटी उम्र दे सीगे वो साडे कोल कौन सीगे बेटा जी, वो सी अपने कोल संजीवा रेड्डी। संजीवा रेड्डी, वेंकट रमन के बारे ओल्डेस्ट ही याद रखना, बट संजीवा रेड्डी के बारे भी याद रखना कि पहले प्रेजिडेंट सी जिहड़े अनअपोज्ड इलैक्ट कीते गए सी, यानी सर्वसम्मति दे नाल इलैक्ट कीते गए सी, कोई इन्हां दे विरोधी नहीं सी खड़ा, ते इस करके संजीवा रेड्डी सी जिहड़े इस ओहदे दे उपर आए सीगे, ठीक है जी, क्लीयर। इस तो बिना भी पूछ सकते हैं कि चलो मैं एक्टिंग इधर ही करवाऊंगी है ना, जिहड़े तुहाडे होर मेन फैक्ट्स ने। जे पुछन पहली महिला, फर्स्ट फीमेल, पहली फीमेल प्रेजिडेंट कौन सी, तुहानू शायद सबनू क्लीयर होवे, प्रतिभा पाटिल है ना, प्रतिभा पाटिल सीगे 12वें सी, ठीक है, क्लीयर। उस तो बाद आ जाता है साडे कोल राष्ट्रपति के नाल रिलेटेड जिहड़े इंपॉर्टेंट फैक्ट्स ने कुछ। सब तो पहला पूछ सकते हैं कि फर्स्ट प्रेजिडेंट, फर्स्ट उप राष्ट्रपति कौन सी साडे कोल, डॉक्टर राधा कृष्णन। ते भी 2 बार बने ने, मतलब 52 तो लैके 1952 तो 62 तक इस ओहदे ते रहे, 2 बार रहे, ठीक है, लंबा टाइम जिहड़े हैगे ने भी रहे आ, ठीक है। ते करंट पूछ लैन, मौजूदा साडे कोल कौन ने, ते भी तुहानू बेटा क्लीयर होना बहुत ज्यादा जरूरी है। करंट हैगे ने साडे कोल 13वें ने वेंकैया नायडू, वेंकैया नायडू, ठीक है। इस तो बिना पूछ सकते है लॉन्गेस्ट टन्योर, ठीक है, ते शॉर्टेस्ट टन्योर, शॉर्टेस्ट लॉन्गेस्ट जिहड़े सब तो लंबा टाइम रहे वो सी डॉक्टर राधा कृष्णन, ते शॉर्टेस्ट दे विच पुछन तां तुहाडे कोल जिहड़ा सब तो थोड़ा टाइम रहा वो सीगा वीवी गिरी, ठीक है, वीवी गिरी। इत्थे भी पॉइंट ध्यान दे विच रखना, वेरी वेरी इंपॉर्टेंट, कि फर्स्ट एक्टिंग प्रेजिडेंट, क्योंकि एक्टिंग जिहड़ा साडे कोल उप राष्ट्रपति सी है ना, एक्टिंग ओहदे ते उपर उप राष्ट्रपति जांदा, तां फर्स्ट एक्टिंग
ਜਿਹੜਾ ਵਾਈਸ ਪ੍ਰੈਜ਼ੀਡੈਂਟ ਸੀਗਾ, ਜਿਹੜਾ ਪ੍ਰੈਜ਼ੀਡੈਂਟ ਐਕਟਿੰਗ ਪ੍ਰੈਜ਼ੀਡੈਂਟ ਬਣਿਆ ਹਨਾ, ਉਹ ਕੌਣ ਸੀਗਾ? ਉਹ ਵੀ ਸਾਡੇ ਕੋਲ ਕੌਣ ਹੈ ਜੀ? ਵੀਵੀ ਗਿਰੀ। ਠੀਕ ਹੈ, ਤਾਂ ਇਹ ਮੇਨ ਇੰਪੋਰਟੈਂਟ ਫੈਕਟਸ ਸੀ। ਹੋਪ ਤੁਹਾਨੂੰ ਸਭ ਨੂੰ ਕਲੀਅਰ ਹੋਣ। ਤਾਂ ਇਹਨਾਂ ਨੋਟਸ ਹਨ, ਤੁਸੀਂ ਨਾਲ ਦੀ ਨਾਲ ਰੈਡੀ ਕਰੀ ਚਲੋ, ਕਿਉਂਕਿ ਜਿੰਨਾ ਤੁਸੀਂ ਲਿਖੋਗੇ ਉਹ ਤੁਹਾਡੇ ਮਾਈਂਡ ਦੇ ਵਿੱਚੋਂ ਜਾਣਗੇ, ਉਨਾ ਹੀ ਬੈਟਰ ਤੁਹਾਡੇ ਪੇਪਰ ਦੇ ਵਿੱਚ ਤੁਹਾਨੂੰ ਮੈਮੋਰਾਈਜ਼ ਕਰਨ ਦੇ ਵਿੱਚ ਹੈਲਪਫੁਲ ਹੋਊਗਾ। ਥੈਂਕ ਯੂ ਸੋ ਮਚ।